ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਜਿਉਂ ਬੁਲਾਵਹਿ ਤਿਉਂ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਥਿੱਤੀ ਗੌੜੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ। ਆਠ ਪਹਿਰ ਗੁਣ ਗਾਈ ਐ, ਤਜੀਐ ਅਵਰ ਜੰਜਾਲ। ਜਮ ਕੰਕਰ ਜੋਹਿ ਨ ਸਕਈ, ਨਾਨਕ ਪ੍ਰਭੂ ਦਿਆਲ। ਆਠ ਪਹਿਰ ਗੁਣ ਗਾਈ ਹੈ, ਤਜੀਐ ਅਵਰ ਜੰਜਾਲ। ਜਮ ਕੰਕਰ ਜੋਹਿ ਨ ਸਕਈ, ਨਾਨਕ ਪ੍ਰਭੂ ਦਿਆਲ। ਪੌੜੀ। ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ। ਕਾਬਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋ ਧਰਮੰਤ। ਸਾਗਲ ਧਰਮ ਪਵਿੱਤਰ ਇਸ਼ਨਾਨ, ਸਭ ਮੈਂ ਊਚ ਬਸੇਕ ਗਿਆਨ। ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਤਰੀਐ ਨਾਨਕ ਨਾਮ ਰੰਗ। ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਤਰੀਐ ਨਾਨਕ ਨਾਮ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਥਿੱਤੀ ਗੌੜੀ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਥ ਬਾਣੀ ਦੁਆਰਾ ਸਮਝਾ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਥਿੱਤਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਣ ਬਾਰੇ ਸਮਝਾਉਣਾ ਕੀਤਾ ਹੈ ਕਿ ਜੋ ਪਹਿਲਾਂ ਵਾਲੇ ਸਮੇਂ ਦੇ ਅੰਦਰ ਪੰਡਤ ਲੋਕ, ਵਿਦਵਾਨ ਲੋਕ ਸਨ, ਉਹ ਇਸ ਦੁਨੀਆ ਨੂੰ ਕਰਮ ਕਾਂਡਾਂ ਦੇ ਵਿੱਚ ਪਾ ਕੇ ਆਪਣੀ ਕਿਰਤਮ ਪੂਜਾ ਕਰਾਉਂਦੇ ਸਨ। ਆਪ ਦਾ ਖਾਣ ਪੀਣ ਦਾ ਜੋ ਵਿਹਾਰ ਸੀ ਚਲਾਉਂਦੇ ਸਨ ਲੋਕਾਂ ਤੋਂ ਕਿ ਇਸ ਤਰੀਕ ਨੂੰ ਵਰਤ ਰੱਖਣਾ ਹੈ, ਇਸ ਨੂੰ ਨਹੀਂ ਰੱਖਣਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿ ਸਿੱਖਾਂ ਨੇ ਕੀ ਕਰਨਾ ਹੈ। ਉਹ ਆਪਣੇ ਮਤ ਅਨੁਸਾਰ ਦੁਨੀਆ ਨੂੰ ਮਗਰ ਲਾ ਕੇ ਕਿਰਤਮ ਪੂਜਾ ਕਰਾਉਂਦੇ ਸਨ, ਪਰ ਮਹਾਰਾਜ ਜੀ ਨੇ ਬਾਣੀ ਦੁਆਰਾ ਬੜੇ ਹੀ ਸੰਖੇਪ ਦੇ ਵਿੱਚ ਸਮਝਾਉਣਾ ਕੀਤਾ ਹੈ। 15 ਥਿੱਤਾਂ ਹੁੰਦੀਆਂ ਹਨ, 15 ਦੀਆਂ 15 ਥਿੱਤਾਂ ਬਾਰੇ ਦੱਸਣਾ ਕੀਤਾ ਹੈ। ਜੈਸੇ 12 ਮਾਹਾਂ ਦੇ ਵਿੱਚ ਮਹੀਨੇ ਬਾਰੇ ਸਮਝਾਉਣਾ ਕੀਤਾ ਹੈ, ਇਸੇ ਤਰ੍ਹਾਂ ਜੋ 15 ਥਿੱਤਾਂ ਹਨ ਉਹਨਾਂ ਬਾਰੇ ਵੀ ਸਮਝਾਉਣਾ ਕੀਤਾ ਹੈ ਤੇ ਹਫ਼ਤਿਆਂ ਬਾਰੇ ਵੀ ਸਮਝਾਉਣਾ ਕੀਤਾ ਬਾਣੀ ਦੇ ਵਿੱਚ। ਹੁਣ ਇੱਥੇ ਥਿੱਤਾਂ ਹਨ ਜਿਹੜੀਆਂ ਏਕਮ, ਦੂਜ, ਤੀਜ, ਚੌਥ, ਪੈਂਚਵੀਂ, ਛਠ, ਇਹਨਾਂ ਬਾਰੇ ਸਮਝਾਉਣਾ ਕੀਤਾ ਹੈ। ਇਹ ਜਿਹੜੀ ਅਸ਼ਟਮੀ 8ਵੀਂ ਥਿੱਤ ਹੁੰਦੀ ਹੈ ਉਸ ਬਾਰੇ ਸਮਝਾ ਰਹੇ ਹਨ ਮਹਾਰਾਜ ਜੀ। ਪਹਿਲਾਂ ਸ਼ਲੋਕ ਦੁਆਰਾ ਸਮਝਾ ਰਹੇ ਹਨ। 8 ਪਹਿਰ ਗੁਣ ਗਾਈਐ, ਤਜੀਐ ਅਵਰ ਜੰਜਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, 8 ਪਹਿਰ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਤਜੀਐ ਅਵਰ ਜੰਜਾਲ, ਜਿਹੜੇ ਅਵਰ ਹੋਰ ਘਰ ਦੇ ਜੰਜਾਲ ਬੰਧਨ ਪਏ ਹੋਏ ਹਨ ਇਹਨਾਂ ਨੂੰ ਛੱਡਣਾ ਕਰੀਏ। ਸਰੀਰ ਕਰਕੇ ਨਹੀਂ ਛੱਡਣੇ ਕਿ ਮਨ ਕਰਕੇ ਛੱਡਣੇ ਹਨ। ਮਨ ਪਰਮੇਸ਼ਰ ਦੇ ਵਿੱਚ ਲਾਉਣਾ ਹੈ। ਜਿਹੜਾ ਮਨ ਬੰਧਨਾਂ ਦੇ ਵਿੱਚ, ਜੰਜਾਲਾਂ ਦੇ ਵਿੱਚ ਉਲਝਿਆ ਪਿਆ ਹੈ, ਕੰਮ ਸਰੀਰ ਨਾਲ ਕਰਨੇ ਹਨ ਤੇ ਮਨ ਦੇ ਵਿੱਚ ਜਿਹੜੇ ਬੰਧਨ ਬਣੇ ਪਏ ਹਨ, ਫਿਕਰ ਬਣਿਆ ਪਿਆ ਹੈ ਕੰਮਾਂ ਦਾ, ਉਹਨਾਂ ਨੂੰ ਛੱਡ ਕੇ, ਉਹਨਾਂ ਨੂੰ ਤਜ ਕੇ 8 ਪਹਿਰ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ। ਸਰੀਰ ਦੇ ਨਾਲ ਜੋ ਵੀ ਘਰ ਦੇ ਕੰਮ ਹਨ ਉਹਨਾਂ ਨੂੰ ਕਰ। ਮਹਾਰਾਜ ਜੀ ਨੇ ਬਾਣੀ ਵਿੱਚ ਸਮਝਾਉਣਾ ਕੀਤਾ ਹੈ। ਹਾਥ ਪਾਓ ਦੋਏ ਕਾਮ ਕਰ, ਚੀਤ ਨਿਰੰਜਨ ਨਾਲ, ਕਿ ਚਿੱਤ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨਾ ਕਰ ਤੇ 8 ਪਹਿਰ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਤਜੀਐ ਆਵਰ ਜੰਜਾਲ, ਜਿਹੜੇ ਆਵਰ ਹੋਰ ਘਰ ਦੇ ਜੰਜਾਲ ਬੰਧਨ ਪਏ ਹੋਏ ਹਨ ਉਹਨਾਂ ਨੂੰ ਛੱਡਣਾ ਕਰੀਏ ਮਨ ਦੇ ਵਿੱਚੋਂ ਤੇ ਪਰਮੇਸ਼ਰ ਦਾ ਨਾਮ ਮਨ ਕਰਕੇ ਜਪਣਾ ਕਰੀਏ। ਫਿਰ ਜੇ ਪਰਮੇਸ਼ਰ ਦਾ ਨਾਮ ਜਪਣਾ ਕਰਾਂਗੇ, ਜਮ ਕੰਕਰ ਜੋਹੇ ਨਾ ਸਕਈ, ਨਾਨਕ ਪ੍ਰਭੂ ਦਇਆਲ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ
कि जे प्रभु हरि वाहिगुरु दयालु होवे तां जम कंकर जोहे ना सकई, जम कंकर जम राजे दे कंकर सेवक भाव जमदूत देख भी नहीं सकते ते मार तां की सकते हैं, दुख तां की देख सकते हैं। जे हरि वाहिगुरु दयालु होण ते अठे पहर उस परमेश्वर दा जस गाउणा करिए तां जम कांकर जोहे ना सकई, जम कांकर जम राजे दे सेवक भाव जमदूत देख भी नहीं सकते। पौड़ी दे अंदर महाराज जी अगे समझा रहे हैं, आष्टमी अष्ट सिद्ध नव निध। आष्टमी अठवीं थित द्वारा कथन करते हैं कि अष्ट सिद्ध नव निध, अष्ट अठ सिद्धियां ते नव निध नौ निधियां। सागल पदार्थ पूर्ण बुद्ध, सागल पदार्थ सारे धर्म अर्थ काम मोख पदार्थ पूर्ण बोध वाली बुद्धि आत्म विषैणी प्राप्त हो जाती है। कि अठवीं थित द्वारा कथन करते हैं महाराज जी कि अठ सिद्धियां नौ निधियां सारे धर्म अर्थ काम मोख पदार्थ के पूर्ण बोध वाली बुद्धि प्राप्त हो जाती है। काबल प्रगास सदा आनंद, हिरदे रूपी काबल कामल प्रगास खिड़ जाता है, हिरदा रूपी कौल फुल खिड़ जाता है। अते निर्मल रीत निरोध धर्मंत कि हमेशा आत्मक आनंद सुख प्राप्त हो जाता है। निर्मल उज्जल रीत मर्यादा कि उज्जल मर्यादा ते निरोध धर निरा ही उधार करन वाला मंत्र उपदेश, इंद्रियां नूं रोकण वाला मंत्र प्राप्त हो जाता है। जे हिरदे रूपी कामल जदों खिड़ जाता है कि बुद्धि विषैणी हो जाती है ते 18 सिद्धियां 9 निधियां प्राप्त हो जांदियां हन ते हिरदा रूपी काबल प्रगास खिड़ जाता है। हमेशा आत्मक आनंद प्राप्त हो जाता है। निर्मल रीत निरोध धर्मंत के उज्जल रीत उज्जल मर्यादा ते निरोध धर निरा ही उधार करन वाला उपदेश, इंद्रियां नूं रोकण वाला मंत्र प्राप्त हो जाता है। वह परमेश्वर का नाम प्राप्त हो जाता है। सागल धर्म पवित्र इशनान, सारे धर्म सुचमता ते तीर्थां ते इशनान का फल प्राप्त हो जाता है। परमेश्वर का नाम जपने करके उस वाहिगुरु का वाहिगुरु दे गुण गाउने करके कि सारे धर्म सुचमता ते तीर्थां दे इशनान का फल प्राप्त हुंदा है। सब में ऊच बसेख ज्ञान कि सारिਆਂ ਵਿੱਚੋਂ उच्च श्रेष्ठ ਅਤੇ विशेष करके ਵੱਡਾ ज्ञान भाव अपरोख ज्ञान प्राप्त हो जाता है। हर हर भजन पूरे गुर संग, जिन्हां ने पूर्ण सतगुरां नाल मिल के हर हर हरि हरे भरे करन वालियां, हरे भरे करन वाला जो परमेश्वर है उसका भजन उसन का सिमरन कीता है। हर हर भजन पूरे गुर संग, जिन्हां ने पूरे पूर्ण सतगुरां दे नाल मिल के सारिਆਂ ਨੂੰ हरे भरे करन वाले परमेश्वर का भजन सिमरन कीता है। जप तरिए नानक नाम रंग, सतगुरु जी कथन करते हैं कि हरि वाहिगुरु के नाम नूं प्रेम नाल जपने करके संसार समुंदर तो तर जाइंदा है, मुक्त हो जाइंदा है। सलोक नारायण नह सिमरियो, मोहियो स्वाद विकार, नानक नाम विसारिया नरक सुरग अवतार। पौड़ी नौमी नवे सिद्धर अपबीत,
ਹਰ ਨਾਮ ਨ ਜਪਹਿ ਕਰਤ ਵਿਪਰੀਤ। ਪਾਰ ਤਿਰ ਰਮਹਿ ਬਕਹਿ ਸਾਧ ਨਿੰਦ। ਕਰ ਨ ਸੁਨਹਿ ਹਰ ਜਸ ਬਿੰਦ। ਹਿਰਹਿ ਪਰ ਦਰਬ ਉਦਰ ਕੈ ਤਾਈ। ਆਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ। ਹਰ ਸੇਵਾ ਬਿਨ ਇਹ ਫਲ ਲਾਗੇ। ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ। ਗੁਰੂ ਅਰਜਨ ਦੇਵ ਮਹਾਰਾਜ ਜੀ 9ਵੀਂ ਥਿੱਤ ਦੁਆਰਾ ਕਥਨ ਕਰਦੇ ਹਨ। ਸ਼ਲੋਕ ਦੇ ਅੰਦਰ ਸਮਝਾ ਰਹੇ ਹਨ, ਨਾਰਾਇਣ ਨਹਿ ਸਿਮਰਿਓ, ਕਿ ਜਿਸ ਵਿੱਚ ਅਵਿਦਿਆ ਰੂਪੀ ਰਾਇਣ ਰਾਤ ਨਹੀਂ ਹੈ, ਐਸੇ ਪਰਮੇਸ਼ਰ ਦਾ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਅਤੇ ਮੋਹਿਓ ਸ਼ਬਦ, ਮੋਹਿਓ ਸਵਾਦ ਵਿਕਾਰ ਅਤੇ ਸ਼ਬਦ ਸਪਰਸ ਰੂਪ ਰਸ ਗੰਧ ਆਦਿਕ ਵਿਕਾਰਾਂ ਦੇ ਸਵਾਦਾਂ ਵਿੱਚ ਮੋਹਿਓ ਮੋਹਤ ਹਨ, ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਅਤੇ ਸ਼ਬਦ ਸਪਰਸ ਰਸ ਰੂਪ ਗੰਧ ਆਦਿਕ ਵਿਕਾਰਾਂ ਦੇ ਸਵਾਦਾਂ ਵਿੱਚ ਮੋਹਤ ਹੋਇਆ ਹੈ ਨਾ। ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੱਚੇ ਵਾਹਿਗੁਰੂ ਦੇ ਨਾਮ ਨੂੰ ਭੁਲਾਉਣੇ ਕਰਕੇ, ਨਾਮ ਨੂੰ ਵਿਸਾਰਨ ਕਰਕੇ, ਨਰਕੀ ਜੀਵ ਪਾਪਾਂ ਕਰਕੇ ਨਰਕ ਵਿੱਚ ਤੇ ਪੁੰਨੀ ਜੀਵ ਪੁੰਨ ਕਰਨ ਵਾਲੇ ਸੁਕਾਮੀ ਪੁਰਖ ਸਵਰਗ ਵਿੱਚ ਅਵਤਾਰ ਉਤਰਦੇ ਹਨ, ਆਉਂਦੇ ਜਾਂਦੇ ਹਨ। ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਸਿਮਰਨ ਕੀਤਾ ਤੇ ਵਿਕਾਰਾਂ ਦੇ ਵਿੱਚ, ਵਿਕਾਰਾਂ ਦੇ ਸਵਾਦਾਂ ਦੇ ਵਿੱਚ ਮੋਹਤ ਹਨ। ਨਾਨਕ ਨਾਮ ਵਿਸਾਰਿਓ, ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਸੱਚੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ ਭੁਲਾਉਣੇ ਕਰਕੇ ਨਰਕ ਸੁਰਗ ਅਵਤਾਰ, ਨਰਕੀ ਜੀਵ ਪਾਪਾਂ ਕਰਕੇ ਨਰਕ ਵਿੱਚ ਤੇ ਸੁਰਗ ਪੁੰਨ ਕਰਨ ਵਾਲੇ ਸੁਕਾਮੀ ਪੁਰਸ਼ ਸਵਰਗ ਵਿੱਚ ਅਵਤਾਰ ਉਤਰਦੇ ਹਨ, ਆਉਂਦੇ ਹਨ। ਕਿ ਜਿਹੇ ਜੇ ਕਰਮ ਕਰਦੇ ਹਨ ਉਹੇ ਜੇ ਕਰਮ ਫਿਰ ਭੋਗਣੇ ਪੈਂਦੇ ਹਨ। ਜੋ ਚੰਗੇ ਕਰਮ ਕਰਦੇ ਹਨ ਉਹ ਸਵਰਗ ਦੇ ਵਿੱਚ ਉਤਰਦੇ ਹਨ, ਆਉਂਦੇ ਹਨ, ਜਾਂਦੇ ਹਨ। ਤੇ ਜੋ ਪਾਪੀ ਜੀਵ ਹਨ ਉਹ ਪਾਪਾਂ ਕਰਕੇ ਨਰਕਾਂ ਵਿੱਚ ਜਾਂਦੇ ਹਨ। ਪੌੜੀ ਨੌਮੀ ਨਵੇਂ ਛਿਦਰ ਅਪਬੀਤ। ਹਰ ਨਾਮ ਨ ਜਪਹਿ ਕਰਤ ਵਿਪਰੀਤ। ਨੌਮੀ ਥਿੱਤ ਦੁਆਰਾ ਕਥਨ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਨਵੇਂ ਛਿਦਰ ਅਪਬੀਤ। ਨਵੇਂ ਛਿਦਰ 9 ਗੋਲਕਾਂ ਇਸ ਸਰੀਰ ਦੇ ਹਨ, ਜੀਵ ਦੇ ਹਨ। ਕਿ ਨਵੇਂ ਛਿਦਰ ਜਿਹੜੀਆਂ 9 ਗੋਲਕਾਂ ਹਨ ਇਸ ਸਰੀਰ ਦੇ, 2 ਨਾਸਕਾਂ, 2 ਕੰਨ, 2 ਅੱਖਾਂ, 1 ਮੁੱਖ ਤੇ ਮਲ ਮੂਤਰ ਤੇ ਵਾਲੇ 2 ਸੋਮੇ। ਇਹ 9 ਦੁਆਰੇ ਅਸ਼ੁੱਧ ਹਨ, ਭਾਵ ਇਹ ਸ਼ੁੱਧ ਨਹੀਂ। ਇਹ ਨਵੇਂ ਛਿਦਰ ਸਾਰੀਆਂ ਇੰਦਰੀਆਂ ਵਿੱਚ ਸੇਕ ਹਨ, ਸਰਾਖ ਹਨ। ਹਰ ਵਕਤ ਮੈਲ ਦੇ ਰਾਹ ਮੈਲ ਨਾਲ ਭਰੇ ਰਹਿੰਦੇ ਹਨ, ਸਦਾ ਹੀ ਅਪਵਿੱਤਰ ਰਹਿੰਦੇ ਹਨ, ਮੈਲੇ ਰਹਿੰਦੇ ਹਨ। ਇਹ 9 ਦੁਆਰੇ ਹਨ ਜਿਹੜੇ ਇਸ ਜੀਵ ਦੇ। ਜਿਵੇਂ ਮੂੰਹ ਹੈ, ਥੁੱਕ ਆਉਂਦਾ ਹੈ, ਤੇ ਨੱਕ ਹੈ, ਇਸ ਦੇ ਵਿੱਚੋਂ ਰੇਸ਼ਾ ਚੱਲਦਾ ਹੈ। ਅੱਖਾਂ ਹਨ, ਇਹਨਾਂ ਦੇ ਵਿੱਚੋਂ ਪਾਣੀ ਚੱਲਦਾ ਹੈ, ਗਿੱਡ ਚੱਲਦੀ ਹੈ। ਕੰਨਾਂ ਦੇ ਵਿੱਚੋਂ ਮੈਲ ਚੱਲਦੀ ਹੈ ਤੇ ਮਲ ਮੂਤਰ ਚੱਲਦਾ ਹੈ। 9 ਇਹ ਅਪਵਿੱਤਰ ਹਨ, ਇਹ ਗੰਦੇ ਹਨ, ਮੈਲੇ ਹਨ। ਇਸੇ ਪ੍ਰਕਾਰ 9 ਗੋਲਕਾਂ ਵਿੱਚ ਅਪਵਿੱਤਰਤਾ ਕਰਕੇ ਫਸਿਆ ਰਹਿੰਦਾ ਹੈ। ਇਹ ਹਰ ਨਾਮ ਨਾ ਜਪਹਿ ਕਰਤ ਵਿਪਰੀਤ।
ਜਿਹੜੇ ਹਰੀ ਅਕਾਲ ਪੁਰਖ ਦਾ ਨਾਮ ਨਹੀਂ ਜਪਦੇ, ਸਦਾ ਹੀ ਵਿਪਰੀਤ ਉਲਟ ਕੰਮ ਕਰਦੇ ਰਹਿੰਦੇ ਹਨ। ਪਾਰ ਤਿਰ ਰਮਹਿ ਬਕਹੇ ਸਾਧ ਨਿੰਦ। ਪਾਰ ਤਿਰ ਪਰਾਈਆਂ ਇਸਤਰੀਆਂ ਨੂੰ ਰਾਮਣ ਭਾਵ ਭੋਗਣਾ ਕਰਦੇ ਹਨ, ਤੇ ਇਸਤਰੀਆਂ ਪਰਾਏ ਪੁਰਸ਼ਾਂ ਨੂੰ ਭੋਗਣਾ ਕਰਦੀਆਂ ਹਨ। ਬਕਹੇ ਸਾਧ ਨਿੰਦ, ਸੰਤਾਂ ਦੀ ਨਿੰਦਿਆ ਕਰਦੇ ਹਨ, ਸੰਤਾਂ ਦੀ ਨਿੰਦਿਆ ਉਚਾਰਦੇ ਹਨ, ਨਿੰਦਿਆ ਕਰਦੇ ਹਨ। ਕਰਨ ਨਾ ਸੁਣਹੀ, ਕਰਨ ਕੰਨ, ਕੰਨਾਂ ਦੇ ਨਾਲ ਹਰੀ ਵਾਹਿਗੁਰੂ ਦੇ ਜਸ ਕੀਰਤਨ ਨੂੰ ਬਿੰਦ ਥੋੜਾ ਭਾਵ ਰੰਚਕ ਮਾਤਰ ਵੀ ਨਹੀਂ ਸੁਣਦਾ। ਪਾਰ ਤਿਰ ਰਮਹਿ ਬਕਹੇ ਸਾਧ ਨਿੰਦ। ਪਾਰ ਤਿਰ ਪਰਾਈਆਂ ਇਸਤਰੀਆਂ ਨੂੰ ਰਾਮਣ ਭਾਵ ਭੋਗਣਾ ਕਰਦੇ ਹਨ, ਇਸਤਰੀਆਂ ਪਰਾਏ ਪੁਰਸ਼ਾਂ ਨੂੰ ਭੋਗਣਾ ਕਰਦੀਆਂ ਹਨ। ਬਕਹੇ ਸਾਧ ਨਿੰਦ, ਸਾਧਾਂ ਸੰਤਾਂ ਦੀ ਨਿੰਦਿਆ ਕਰਦੇ ਹਨ ਅਣਹੋਈ। ਤੇ ਕਰਨ ਨਾ ਸੁਣਹੀ ਹਰ ਜਸ ਬਿੰਦ, ਕਰਨ ਕੰਨਾਂ ਦੇ ਨਾਲ ਹਰੀ ਵਾਹਿਗੁਰੂ ਦੇ ਜਸ ਕੀਰਤਨ ਨੂੰ ਬਿੰਦ ਥੋੜਾ ਭਾਵ ਰੰਚਕ ਮਾਤਰ ਵੀ ਨਹੀਂ ਸੁਣਨਾ ਕਰਦੇ। ਹਿਰਹੇ ਪਰ ਦਰਬ ਉਦਰ ਕੈ ਤਾਈ। ਆਪਣੇ ਉਦਰ ਆਪਣੇ ਪੇਟ ਭਰਨ ਦੇ ਵਾਸਤੇ ਪਰਾਏ ਧਨ ਨੂੰ ਹਿਰਹੇ ਚਰਾਉਣਾ ਕਰਦੇ ਹਨ। ਇਸ ਤਰ੍ਹਾਂ ਕਾਲ ਦੀ ਅਗਨ, ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ। ਇਸ ਤਰ੍ਹਾਂ ਕਾਲ ਦੀ ਅਗਨ ਅੱਗ ਨਿਵਰਤ ਨਹੀਂ ਹੁੰਦੀ, ਤੇ ਸੰਤੋਖ ਰੂਪੀ ਜਲ ਦੇ ਨਾਲ ਤ੍ਰਿਸ਼ਨਾ ਰਸਾਂ ਕਸਾਂ ਦੇ ਭੋਗਣ ਵਾਲੀ ਉਹ ਬੁਝਾਈ ਹੋਈ ਬੁਝਦੀ ਨਹੀਂ। ਕਿ ਆਗਨ ਨਾ ਨਿਵਰੈ, ਨਰਕ ਦੀ ਅੱਗ ਤੋਂ ਨਿਵਰਤ ਨਹੀਂ ਹੋ ਸਕਦਾ। ਜਦੋਂ ਪੇਟ ਭਰਨ ਦੇ ਵਾਸਤੇ ਪਰਾਏ ਧਨ ਨੂੰ ਚਰਾਉਂਦਾ ਹੈ, ਤੇ ਇਸ ਤਰ੍ਹਾਂ ਕਾਲ ਦੀ ਅੱਗ ਨਹੀਂ ਬੁਝਦੀ। ਆਗਨ ਨਾ ਨਿਵਰੈ, ਨਰਕ ਦੀ ਅੱਗ ਤੋਂ ਨਿਵਰਤ ਨਹੀਂ ਹੋ ਸਕਦਾ, ਖਹਿੜਾ ਨਹੀਂ ਛਡਾ ਸਕਦਾ। ਮਾਇਆ ਦੀ ਇੱਛਾ ਰੂਪੀ ਅੱਗ ਵੀ ਨਿਵਰਤ ਨਹੀਂ ਹੁੰਦੀ। ਮਾਤਾ ਦੇ ਗਰਭ ਦੀ ਅਗਨੀ ਵੀ ਨਿਵਰਤ ਨਹੀਂ ਹੁੰਦੀ। ਕ੍ਰੋਧ ਰੂਪੀ ਅੱਗ ਨਿਵਰਤ ਨਹੀਂ ਹੁੰਦੀ, ਕਿਉਂਕਿ ਰਸਾਂ ਕਸਾਂ ਦੀ ਤ੍ਰਿਸ਼ਨਾ ਸੰਤੋਖ ਰੂਪੀ ਪਾਣੀ ਪਾ ਕੇ ਬੁਝਾਉਣਾ ਨਹੀਂ ਕੀਤੀ ਇਸ ਜੀਵ ਨੇ। ਹਰ ਸੇਵਾ ਬਿਨ ਇਹ ਫਲ ਲਾਗੇ। ਹਰੀ ਵਾਹਿਗੁਰੂ ਦੀ ਸੇਵਾ ਤੋਂ ਬਗੈਰ ਜੀਵਾਂ ਨੂੰ ਇਹ ਫਲ ਲੱਗੇ ਹੋਏ ਹਨ। ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਨੂੰ ਬਿਸਰਤ ਹੁੰਦਾ, ਭੁੱਲਣੇ ਕਰਕੇ, ਬਿਸਰਨ ਕਰਕੇ। ਅਭਾਗੇ, ਭਾਗਾਂ ਤੋਂ ਹੀਣੇ ਜੀਵ ਜਮਹਿ ਜਮਦੇ ਮਰਦੇ ਰਹਿੰਦੇ ਹਨ। ਹਰ ਸੇਵਾ ਬਿਨ ਇਹ ਫਲ ਲਾਗੇ। ਹਰੀ ਵਾਹਿਗੁਰੂ ਦੀ ਸੇਵਾ ਤੋਂ, ਟਹਿਲ ਤੋਂ ਬਗੈਰ ਜੀਵਾਂ ਨੂੰ ਇਹ ਫਲ ਲੱਗੇ ਹੋਏ ਹਨ। ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਨੂੰ ਬਿਸਰਤ ਭੁੱਲਣੇ ਕਰਕੇ ਅਭਾਗੇ, ਭਾਗਾਂ ਤੋਂ ਹੀਣੇ ਜੀਵ ਜਮਹਿ ਜਮਦੇ ਮਰਦੇ ਰਹਿੰਦੇ ਹਨ। ਸਲੋਕ ਦਹਿ ਦਿਸ ਖੋਜਤ ਮੈਂ ਫਿਰਿਓ, ਜਤ ਦੇਖਿਓ ਤਤ ਸੋਏ। ਮਾਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। 10ਵੀਂ ਥਿਤ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਉਚਾਰਨ ਕਰਦੇ ਹਨ। ਦਾਸ ਦਿਸ ਖੋਜਤ ਮੈਂ ਫਿਰਿਓ। ਜਗਿਆਸੂ ਬੇਨਤੀ ਕਰਦਾ ਹੈ ਕਿ ਹੇ ਮਹਾਰਾਜ, ਮੈਂ ਦਾਸ ਦਿਸ ਦਸਾਂ ਦਿਸ਼ਾਵਾਂ ਵਿੱਚ ਮਨ ਨੂੰ ਬਸ ਕਰਨ ਦਾ ਸਾਧਨ ਖੋਜਦਾ ਲੱਭਦਾ ਫਿਰਦਾ ਰਿਹਾ, ਪਰ ਜਤ ਦੇਖੋ ਤਤ ਸੋਏ। ਜਤ ਜਿੱਥੇ ਵੀ ਦੇਖਿਆ ਤਤ ਉਥੇ ਮਨ ਦੀ ਉਹੋ ਜਿਹੀ ਪਹਿਲੇ ਵਾਲੀ ਹਾਲਤ ਹੀ ਦਿਸੀ। ਦਾਸ ਦਿਸ ਖੋਜਤ ਮੈਂ ਫਿਰਿਓ,
ਜਤ ਦੇਖੋ ਤਤ ਸੋਏ। ਜਗਿਆਸੂ ਬੇਨਤੀ ਕਰਦਾ ਹੈ ਕਿ ਹੇ ਮਹਾਰਾਜ, ਮੈਂ ਦਸੇ ਦਸ਼ਾਵਾਂ ਵਿੱਚ ਮਨ ਨੂੰ ਬਸ ਕਰਨ ਦਾ ਸਾਧਨ ਲੱਭਦਾ ਫਿਰਦਾ ਰਿਹਾ, ਪਰ ਜਿੱਥੇ ਵੀ ਦੇਖਿਆ ਉੱਥੇ ਮਨ ਦੀ ਉਹੇ ਜਿਹੀ ਪਹਿਲੇ ਵਾਲੀ ਹਾਲਤ ਹੀ ਦਿਸੀ। ਮਾਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਮਨ ਹੈ ਜਿਹੜਾ ਹਿਰਦਾ ਹੈ ਤਾਂ ਬਸ ਵਿੱਚ ਆਉਂਦਾ ਹੈ, ਜੇਕਰ ਪੂਰਨ ਵਾਹਿਗੁਰੂ ਦੀ ਕਿਰਪਾ ਹੋਵੇ। ਕਿ ਸਤਿਗੁਰੂ ਜੀ ਸਮਝਾ ਰਹੇ ਹਨ ਜਿਹੜਾ ਮਨ ਹੈ ਹਿਰਦਾ ਤਾਂ ਬਸ ਵਿੱਚ ਆਉਂਦਾ ਹੈ, ਜੇਕਰ ਪੂਰਨ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ। ਅਰਥਾਤ ਕਿਰਪਾ 5 ਪ੍ਰਕਾਰ ਦੀ ਹੁੰਦੀ ਹੈ। ਜੋ ਕਿਰਪਾ ਹੁੰਦੀ ਹੈ 5 ਪ੍ਰਕਾਰ ਦੀ ਹੁੰਦੀ ਹੈ। ਪਰਮੇਸ਼ਰ ਦੀ ਕਿਰਪਾ ਜਿਸ ਨਾਲ ਮਨੁੱਖਾ ਸਰੀਰ ਮਿਲਦਾ ਹੈ। ਦੂਸਰੀ ਕਰਮਾਂ ਦੀ ਕਿਰਪਾ ਜਿਸ ਨਾਲ ਨਿਰਮਲ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਤੀਜੀ ਸਤ ਸੰਗਤ ਦੀ ਕਿਰਪਾ ਜਿਸ ਨਾਲ ਵਿਕਾਰਾਂ ਤੋਂ ਬਚ ਕੇ ਸ੍ਰੇਸ਼ਟ ਗੁਣ ਪ੍ਰਾਪਤ ਹੁੰਦੇ ਹਨ। ਚੌਥੀ ਸਤਿਗੁਰਾਂ ਦੀ ਕਿਰਪਾ ਜਿਸ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪੰਜਵੀਂ ਆਪਣੀ ਕਿਰਪਾ ਹੈ ਜੀਵ ਤੇ, ਆਪਣੇ ਆਪ ਕਰਨੀ ਹੈ। ਆਪਣੇ ਆਪ ਉੱਪਰ ਤਰਸ ਕਰਕੇ ਗੁਰ ਉਪਦੇਸ਼ ਕਮਾਉਣ ਲੱਗ ਜਾਣਾ, ਇਹ ਪੰਜਵੀਂ ਕਿਰਪਾ ਹੈ। ਇਹ ਆਪਣੇ ਆਪ ਉੱਪਰ ਆਪਣੀ ਕਿਰਪਾ ਹੈ ਜੋ ਆਪਣੇ ਤੇ ਤਰਸ ਕਰਕੇ ਤੇ ਗੁਰ ਉਪਦੇਸ਼ ਕਮਾਉਣ ਲੱਗ ਜਾਣਾ ਹੈ। ਇਹ ਆਪਣੇ ਆਪ ਉੱਪਰ ਆਪਣੀ ਕਿਰਪਾ ਹੈ। ਛੇਵੀਂ ਕਿਰਪਾ ਹੈ ਪੂਰਨ ਕਿਰਪਾ, ਕਿ ਪਰਮੇਸ਼ਰ ਦੀ ਪੂਰਨ ਕਿਰਪਾ ਜਿਸ ਦੇ ਨਾਲ ਮਨ ਬਸ ਵਿੱਚ ਆਉਂਦਾ ਹੈ। ਪੌੜੀ ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। 10ਵੀਂ ਥਿਤ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਦਸੇ ਦਸ਼ਾਵਾਂ, ਵਾਹਿਗੁਰੂ 10ਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ ਜਿਨ੍ਹਾਂ ਦੇ ਦਸੇ ਦੁਆਰ ਇੰਦਰੀਏ ਆਪਣੇ ਬਸ ਆਪਣੇ ਅਧੀਨ ਕੀਤੇ ਹਨ। ਜਿਨ੍ਹਾਂ ਦੇ ਦਸੇ ਦੁਆਰ ਦਸੇ ਇੰਦਰੀਆਂ ਆਪਣੇ ਬਸ ਆਪਣੇ ਅਧੀਨ ਕੀਤੇ ਹਨ। 5 ਗਿਆਨ ਇੰਦਰੇ, 2 ਅੱਖਾਂ, 2 ਕੰਨ, ਨੱਕ, ਨਾਸਕਾ, ਤਵਚਾ, ਜੀਭ, 5 ਕਰਮ ਇੰਦਰੇ, ਹੱਥ ਪੈਰ ਮੂੰਹ, ਗੁਦਾ ਲਿੰਗ ਰਸਨਾ। ਜਦੋਂ ਪਦਾਰਥਾਂ ਦਾ ਰਸਨਾ, ਜਦੋਂ ਇਹ ਪਦਾਰਥਾਂ ਦਾ ਰਸ ਲੈਂਦੀ ਹੈ ਤਦੋਂ ਇਹ ਰਸਨਾ ਗਿਆਨ ਇੰਦਰਾ ਹੁੰਦਾ ਹੈ, ਅਤੇ ਜਦੋਂ ਬਚਨ ਬੋਲਦੀ ਹੈ ਉਦੋਂ ਇਹ ਕਰਮ ਇੰਦਰਾ ਹੁੰਦਾ ਹੈ। ਇਹ 2 ਪ੍ਰਕਾਰ ਦਾ ਇਹ ਇੰਦਰਾ ਹੈ ਕਿ ਜਦੋਂ ਇਹ ਜੀਵ ਰਸ ਲੈਂਦੀ ਹੈ ਤਦੋਂ ਇਹ ਰਸਨਾ ਗਿਆਨ ਇੰਦਰਾ ਹੈ, ਅਤੇ ਜਦੋਂ ਬਚਨ ਬੋਲਦੀ ਹੈ ਉਦੋਂ ਕਰਮ ਇੰਦਰਾ ਹੈ, ਆਪਣੇ ਕਰਮ ਬਣਾਉਂਦੀ ਹੈ। ਇਸੇ ਪ੍ਰਕਾਰ ਇਹ 10 ਇੰਦਰੀਏ ਮੰਨੇ ਹਨ ਜਿਨ੍ਹਾਂ ਨੇ ਇਹਨਾਂ ਦਸੇ ਇੰਦਰੀਆਂ ਨੂੰ ਬਸ ਕੀਤਾ ਹੈ ਅਤੇ ਨਾਮ ਜਪ ਲੈਣਾ ਕੀਤਾ ਹੈ, ਜਿਸ ਕਰਕੇ ਉਹਨਾਂ ਦੇ ਮਨ, ਉਹਨਾਂ ਦੇ ਹਿਰਦੇ ਵਿੱਚ ਸੰਤੋਖ ਹੈ, ਸਬਰ ਹੈ। ਕਰਨੀ ਸੁਣੀਐ ਜਸ ਗੋਪਾਲ, ਕਰਨੀ ਕੰਨਾਂ ਨਾਲ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਹਰੀ ਵਾਹਿਗੁਰੂ ਦਾ ਜਸ ਕੀਰਤਨ ਸੁਣਨਾ ਕਰੀਏ। ਨੈਣੀ ਪੇਖਤ ਸਾਧ ਦਿਆਲ, ਤੇ ਨੈਣੀ ਅੱਖਾਂ ਦੇ ਨਾਲ ਸਾਧ ਦਿਆਲ ਦਿਆਲੂ ਸ੍ਰੇਸ਼ਟ ਜਨਾਂ ਮਹਾਤਮਾ ਦੇ ਦਰਸ਼ਨਾਂ ਨੂੰ ਦੇਖਣਾ ਕਰੀਏ। ਰਸਨਾ ਗੁਣ ਗਾਵੇ ਬੇਅੰਤ, ਰਸਨਾ ਦੁਆਰਾ ਜੀਵ ਨਾਲ ਅੰਤ ਤੋਂ ਰਹਿਤ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਮਨ ਮੈਂ ਚਿਤਵੈ ਪੂਰਨ ਭਗਵੰਤ, ਮਨ ਦੇ ਵਿੱਚ, ਹਿਰਦੇ ਦੇ ਵਿੱਚ ਪੂਰਨ ਭਗਵੰਤ ਪਰਮੇਸ਼ਰ ਦਾ ਚਿੰਤਨ ਕਰੀਏ, ਪਰਮੇਸ਼ਰ ਨੂੰ ਚੇਤੇ ਕਰੀਏ।
ਹਸਤ ਚਰਨ ਸੰਤ ਟਹਿਲ ਕਮਾਈਐ। ਹਸਤ ਹੱਥਾਂ ਦੇ ਨਾਲ ਸ਼ਾਂਤ ਆਤਮਾ ਵਾਲੇ ਪੁਰਖਾਂ ਦੇ ਚਰਨਾਂ ਦੀ ਸੇਵਾ ਕਮਾਉਣੀ ਕਰੀਏ। ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਪੁਰਬੋਕਤ ਸੰਜਮ ਤਰੀਕਾ ਹਰੀ ਵਾਹਿਗੁਰੂ ਦੀ ਕਿਰਪਾ ਦਇਆ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੁੰਦਾ ਹੈ। ਕਿ ਇਸੇ ਤਰ੍ਹਾਂ ਸੰਤ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਕਿਹਾ ਕਰਦੇ ਸਨ ਕਿ ਨੇਤਰਾਂ ਦੇ ਨਾਲ ਸਤ ਸੰਗਤ ਦੇ ਦਰਸ਼ਨ ਕਰਨੇ, ਕੰਨਾਂ ਨਾਲ ਕੀਰਤਨ ਸੁਣਨਾ, ਹੱਥਾਂ ਨਾਲ ਸੰਤਾਂ ਦੀ ਟਹਿਲ ਕਰਨੀ, ਪੈਰਾਂ ਨਾਲ ਸਤ ਸੰਗਤ ਵਿੱਚ ਜਾ ਕੇ ਮਿਲਣਾ, ਇਹ ਸਭ ਸਫਲਾ ਹਨ। ਹੱਥ ਪੈਰ ਤੇ ਇਹ ਸਾਰੇ ਸਫਲੇ ਹਨ। ਮਨ ਬਾਣੀ ਜਾਂ ਸਿਮਰਨ ਨਾਲ ਪਵਿੱਤਰ ਹੋ ਜਾਂਦਾ ਹੈ। ਮਨ ਹੈ ਜਿਹੜਾ ਇਹ ਬਾਣੀ ਦੇ ਨਾਲ ਜਾਂ ਸਿਮਰਨ ਦੇ ਨਾਲ ਪਵਿੱਤਰ ਹੋ ਜਾਂਦਾ ਹੈ। ਪਰ ਜਿਹੜਾ ਸਰੀਰ ਵਿਹਲਾ ਰਹੇ, ਸੇਵਾ ਨਾ ਕਰੇ, ਉਹ ਸਫਲਾ ਨਹੀਂ ਹੁੰਦਾ। ਇਸ ਕਰਕੇ ਆਪ ਮਹਾਂਪੁਰਖ ਚੱਕੀ ਪੀ ਕੇ ਗੁਰੂ ਦੇ ਲੰਗਰ ਲਈ ਆਟਾ ਤਿਆਰ ਕਰਦੇ ਸਨ। ਕਿ ਸੰਤ ਬਿਸ਼ਨ ਸਿੰਘ ਜੀ ਆਟਾ ਤਿਆਰ ਕਰਦੇ ਸਨ। ਸਿਰਫ 1 ਘੰਟਾ ਸੌਂਦੇ ਸਨ। 23 ਘੰਟੇ ਨੀਂਦ ਨੂੰ ਜਿੱਤ ਲਿਆ ਸੀ। ਸਰੀਰ ਦੀ ਸਫਲਤਾ ਲਈ ਸਿੱਖਾਂ ਦਾ ਇਸ਼ਨਾਨ ਕਰਾਉਣਾ, ਚੱਕੀ ਪੀਣੀ ਆਦਿਕ ਸੇਵਾ ਕਰਦੇ ਸਨ। ਕਿ ਇਹ ਸਰੀਰ ਤਾਂ ਹੀ ਸਫਲਾ ਹੈ ਜੇ ਸਤਿਗੁਰਾਂ ਦੀ ਸੇਵਾ ਕਰੇ, ਗੁਰੂ ਘਰ ਸੇਵਾ ਕਰੇ, ਤਾਂ ਹੀ ਇਹ ਸਰੀਰ ਹੈ ਜਿਹੜਾ ਸਫਲਾ ਹੈ। ਅਗਲੇ ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ। ਸਲੋਕ ਏਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਗੁਣ ਗੋਬਿੰਦ ਨਾ ਜਾਣੀਐ, ਨਾਨਕ ਸਭ ਵਿਸਮਾਦ। ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਏਕੋ ਏਕ ਬਖਾਨੀਆਂ, ਏਕੋ ਇੱਕ ਅਦਵੈਤ ਰੂਪ ਪਰਮੇਸ਼ਰ ਦਾ ਬਖਾਨੀਆਂ ਕਥਨ ਕਰੀਏ। ਇੱਕ ਪਰਮੇਸ਼ਰ ਦਾ ਹੀ ਕਥਨ ਕਰੀਏ, ਪਰ ਬਿਰਲਾ ਜਾਣੈ ਸਵਾਦ। ਉਸ ਪਰਮੇਸ਼ਰ ਦਾ ਕਥਨ ਕਰਨਾ, ਉਸ ਪਰਮੇਸ਼ਰ ਦਾ ਨਾਮ ਜਪਣਾ, ਕਿ ਉਸ ਦੇ ਨਾਮ ਦੇ ਰਸ ਨੂੰ ਕੋਈ ਬਿਰਲਾ ਪੁਰਸ਼ ਹੀ ਜਾਣਦਾ ਹੈ। ਏਕੋ ਏਕ ਬਖਾਨੀ ਹੈ, ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਦਾ ਕਥਨ ਕਰੀਏ, ਪਰ ਬਿਰਲਾ ਜਾਣੈ ਸਵਾਦ। ਉਸ ਦੇ ਨਾਮ ਦੇ ਸਵਾਦ ਰਸ ਨੂੰ ਕੋਈ ਬਿਰਲਾ ਪੁਰਸ਼ ਹੀ ਜਾਣਦਾ ਹੈ। ਜੋ ਨਾਮ ਜਪਦਾ ਹੈ, ਨਾਮ ਦੇ ਵਿੱਚ ਰਸਿਆ ਜਾਂਦਾ ਹੈ ਤੇ ਨਾਮ ਦਾ ਰਸ ਆਉਣ ਲੱਗ ਜਾਂਦਾ ਹੈ, ਉਹ ਕੋਈ ਬਿਰਲਾ ਹੀ ਜਾਣਦਾ ਹੈ। ਗੁਣ ਗੋਬਿੰਦ ਨਾ ਜਾਣੀਐ, ਜਿੰਨਾ ਚਿਰ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਜਾਣੀਦਾ ਨਹੀਂ, ਨਾਨਕ ਸਭ ਵਿਸਮਾਦ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਤਨਾ ਚਿਰ ਮਾਇਆ ਦੀ ਵਿਸਮਾਦਤਾ ਕਰਕੇ ਹੈਰਾਨ ਦੁਖੀ ਹੋਣਾ ਪੈਂਦਾ ਹੈ, ਹੈਰਾਨ ਹੋਣਾ ਪੈਂਦਾ ਹੈ। ਗੁਣ ਗੋਬਿੰਦ ਨਾ ਜਾਣੀਐ, ਜਿੰਨਾ ਚਿਰ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਜਾਣੀਦਾ ਨਹੀਂ, ਨਾਨਕ ਸਭ ਵਿਸਮਾਦ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਚਿਰ ਮਾਇਆ ਦੀ ਵਿਸਮਾਦਤਾ ਕਰਕੇ ਦੁਖੀ ਹੋਣਾ ਪੈਂਦਾ ਹੈ। ਪੌੜੀ ਇਕਾਦਸੀ ਨਿਗਟ ਪੇਖੋ ਹਰ ਰਾਮ। ਇਕਾਦਸੀ ਥਿਤ ਦੁਆਰਾ ਕਥਨ ਕਰਦੇ ਹਨ ਕਿ ਜੋ 11 ਥਿਤ ਕਹੀ ਜਾਂਦੀ ਹੈ, ਕਿ 11 ਥਿਤ ਦੁਆਰਾ ਕਥਨ ਕਰਦੇ ਹਨ। ਨਿਗਟ ਪੇਖੋ ਹਰ ਰਾਮ, ਕਿ ਹਰੀ ਵਾਹਿਗੁਰੂ ਜੋ ਸਾਰੇ ਰਾਮ ਰਮਿਆ ਹੋਇਆ ਹੈ, ਉਸ ਨੂੰ ਨਿਕਟ, ਉਸ ਨੂੰ ਨੇੜੇ ਕਰਕੇ
पेखो बेखना करो। एकादशी निकट पेखो हर राम के एकादशी तिथ द्वारा गुरु अर्जन देव महाराज जी कथन करते हैं कि हरि वाहिगुरु जो सारे रमिया होया है उसनों नेड़े करके वेखना करो। इंद्री बस कर सुनो हर नाम। अखां नूं बेगाने रूप वेखण वल्लों इंद्री बस कर के ये जिहड़ियां इंद्रियां हन इन्हां नूं बस करके अखां नूं बेगाना रूप वेखण वल्लों, ਕੰਨਾਂ ਨੂੰ ਪਰਾਈ ਨਿੰਦਿਆ ਸੁਣਨ ਵੱਲੋਂ, ਪੈਰਾਂ ਨੂੰ ਕੁਸੰਗਤ ਵਿੱਚ ਜਾਣ ਤੋਂ ਰੋਕਣ ਵੱਲੋਂ ਕਿ ਜਿਹੜੇ ਪੈਰ ਹਨ ਖੋਟੀ ਸੰਗਤ ਵਿੱਚ ਨਾ ਜਾਣ, ਤੇ ਹੱਥਾਂ ਨੂੰ ਚੋਰੀ ਕਰਨ ਵੱਲੋਂ ਇਉਂ ਇੰਦਰੀਆਂ ਨੂੰ ਵਸ ਵਿੱਚ ਕਰ ਕਿ ਹਰੀ ਵਾਹਿਗੁਰੂ ਦੇ ਨਾਮ ਨੂੰ ਸੁਣਨਾ ਕਰੋ। ਮਨ ਸੰਤੋਖ ਸਰਬ ਜੀ ਦਇਆ। ਹਿਰਦੇ ਵਿੱਚ ਸਬਰ ਧਾਰ ਕੇ ਸੰਤੋਖ ਧਾਰ ਕੇ ਸਾਰੇ ਜੀਵਾਂ ਉੱਤੇ ਦਇਆ ਦਿਆਲਤਾ ਭਾਵ ਰਹਿਮ ਕਰੋ। ਮਨ ਸੰਤੋਖ ਸਰਬ ਜੀ ਦਇਆ ਕਿ ਮਨ ਦੇ ਵਿੱਚ ਹਿਰਦੇ ਵਿੱਚ ਸੰਤੋਖ ਧਾਰ ਕੇ ਸਬਰ ਧਾਰ ਕੇ ਸਾਰੇ ਜੀਵਾਂ ਉੱਤੇ ਦਿਆਲਤਾ ਭਾਵ ਰਹਿਮਤ ਕਰੋ। ਇਨ ਵਿਦ ਵਰਤ ਸੰਪੂਰਨ ਭਇਆ कि जो एकादशी का वरत रखना है इस दी थां ते कि हिरदे नूं संतोख सबर धार के ते जीवां ते दया करके रहम करके इस विध इस तरीके नाल तुहाडा एकादशी का वरत संपूर्ण भली प्रकार पूर्ण होवेगा कि अंतःकरण विच हिरदे विच सुधी रूप वरत संपूर्ण हो जाएगा। जे हिरदे विच संतोख धारण करके जीवां ते दया करोगे तो इस तरीके नाल एकादशी का वरत संपूर्ण होवेगा। धावत मन राखै इक ठाए। धावत दौड़दे मन नूं हिरदे नूं परमेश्वर दे नाम रूपी थां विच रखना करो। मान तन शुद्ध जपत हर नाए। एक अंतर्मुख बिरती करने रूप थां विच रखना करो। इउं हरि वाहिगुरू दा नाम जपने करके हिरदा ते तन शरीर पवित्र हो जाएगा, शुद्ध हो जाएगा। धावत मन राखै इक ठाए। धावत दौड़दे होए मन नूं परमेश्वर दे नाम रूपी थां विच रखना करो। एक अंतर्मुख विरती करने रूप थां विच रखना करो। मन तन शुद्ध जपत हर नाए कि इउं हरि वाहिगुरू दा नाम जपने करके मन ते शरीर नूं मन ते शरीर शुद्ध हो जाणगे, पवित्र हो जाणगे। सब मैं पूर रहे पार ब्रह्म। महाराज जी गुरु अर्जन देव जी समझा रहे हैं, सब मैं पूर रहे पार ब्रह्म। सारिਆਂ ਵਿੱਚ पार ब्रह्म पापां पुन्नां तो परे हरि वाहिगुरू पूर्ण व्यापक हो रहा है। नानक हर कीर्तन कर टहल एह धर्म। सतगुरु गुरु अर्जन देव महाराज जी समझा रहे हैं कि हरि वाहिगुरू दा कीर्तन जस करया करो। इहो ही अचल रहन वाला ना चले जान वाला धर्म है। जिहड़ा वाहिगुरू दा कीर्तन करना है, जस करना है कि सारिਆਂ ਵਿੱਚ जो वाहिगुरू पापां पुन्नां तो परे रमिया होया है उस परमेश्वर दा नाम जपिया करो। ते इहो ही अटल अचल रहन वाला धर्म है। अगले श्लोक के अंदर द्वादशी जिसनों बारस कहते हैं उस स्थित द्वारा महाराज जी कथन कर रहे हैं। सलोक दुरमत हरि सेवा करी भेटे साध कृपाल। नानक प्रभ स्यों मिल रहे बिन से सगल जंजाल।
ਦੁਆਰਸੀ ਬਾਰ ਸਥਿਤ ਦੁਆਰਾ ਕਥਨ ਕਰਦੇ ਹਨ ਸ਼ਲੋਕ ਦੇ ਅੰਦਰ, ਦੁਰਮਤ ਹਰੀ ਸੇਵਾ ਕਰੀ। ਜਦ ਪਰਮੇਸ਼ਰ ਦੇ ਦਿਆਲੂ ਸੰਤ ਜਨ ਮਿਲੇ, ਜਦੋਂ ਪਰਮੇਸ਼ਰ ਦੇ ਕਿਰਪਾਲੂ ਦਿਆਲੂ ਸੰਤ ਜਨ ਭੇਟੇ ਮਿਲੇ, ਦੁਰਮਤ ਹਰੀ ਸੇਵਾ ਕਰੀ, ਉਹਨਾਂ ਦੀ ਟਹਿਲ ਕਰੀ ਤਾਂ ਦੁਰਮਤ ਖੋਟੀ ਬੁੱਧੀ ਦੂਰ ਹੋ ਗਈ। ਮਹਾਰਾਜ ਜੀ ਕਥਨ ਕਰਦੇ ਹਨ, ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ। ਜਦੋਂ ਪਰਮੇਸ਼ਰ ਦੇ ਦਿਆਲੂ ਸੰਤ ਜਨ ਮਿਲੇ, ਤਦੋਂ ਉਹਨਾਂ ਦੀ ਸੇਵਾ ਕਰੀ ਤਾਂ ਖੋਟੀ ਬੁੱਧੀ ਦੂਰ ਹੋ ਗਈ। ਨਾਨਕ ਪ੍ਰਭ ਸਿਉ ਮਿਲ ਰਹੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਹਰੀ ਵਾਹਿਗੁਰੂ ਦੇ ਨਾਲ ਮਿਲੇ, ਤਦ ਬਿਨਸੇ ਸਗਲ ਜੰਜਾਲ। ਤਬ ਸਗਲ ਸਾਰੇ ਸੰਸਾਰਕ ਜਾਲ ਬੰਧਨ ਵੀ ਵਿਸ਼ੇਸ਼ ਕਰਕੇ ਨਾਸ ਹੋ ਗਏ। ਪੌੜੀ ਦੁਆਦਸੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰਹੁ ਤਜਮਾਨ। ਦੁਆਦਸੀ 12ਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਦਾਨ ਨਾਮ ਇਸ਼ਨਾਨ, ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਕੇ ਪਰਮੇਸ਼ਰ ਦਾ ਨਾਮ ਜਪਿਆ ਕਰੋ। ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਅਤੇ ਦਾਨ ਕਰਿਆ ਕਰੋ। ਹਰ ਕੀ ਭਗਤ ਕਰੋ ਤਜਮਾਨ। ਸਤਿਗੁਰਾਂ ਨੇ ਗੁਰਸਿੱਖੀ ਵਿੱਚ ਨਾਮ ਦਾਨ ਇਸ਼ਨਾਨ ਨਿਯਮ ਦੱਸੇ ਹਨ ਕਿ ਹੰਕਾਰ ਨੂੰ ਤਿਆਗ ਕੇ, ਹੰਕਾਰ ਨੂੰ ਛੱਡ ਕੇ ਹਰੀ ਵਾਹਿਗੁਰੂ ਦੀ ਭਗਤੀ ਕਰਿਆ ਕਰੋ। ਹਰ ਅੰਮ੍ਰਿਤ ਪ੍ਰਾਨ ਕਰਹੁ ਸਾਧ ਸੰਗ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਹਰ ਅੰਮ੍ਰਿਤ ਪਾਨ ਕਰਹੁ, ਕਿ ਸਾਧ ਸੰਗ, ਕਿ ਸਾਧ ਸੰਗਤ ਵਿੱਚ ਮਿਲ ਕੇ ਹਰੀ ਵਾਹਿਗੁਰੂ ਦੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਨੂੰ ਪਾਨ ਪੀਣਾ ਕਰੋ। ਹਰ ਅੰਮ੍ਰਿਤ ਪਾਨ ਕਰੋ, ਕਿ ਸਾਧ ਸੰਗਤ ਵਿੱਚ ਮਿਲ ਕੇ ਹਰੀ ਵਾਹਿਗੁਰੂ ਦੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਨੂੰ ਪਾਨ ਪੀਣਾ ਕਰੋ। ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ, ਕਿ ਹਰੀ ਵਾਹਿਗੁਰੂ ਦਾ ਜਦੋਂ ਰੰਗ ਪ੍ਰੇਮ ਨਾਲ ਕੀਰਤਨ ਜਸ ਕਰੋਗੇ ਤਾਂ ਮਨ ਦੁਨੀਆ ਦੀ ਆਸਾ ਵੱਲੋਂ ਤ੍ਰਿਪਤਾਸੈ ਤ੍ਰਿਪਤ ਹੋ ਜਾਏਗਾ, ਕਿ ਰੱਜ ਜਾਵੇਗਾ। ਕੋਮਲ ਬਾਣੀ ਸਭ ਕੋ ਸੰਤੋਖੈ। ਕੋਮਲ ਨਰਮ ਭਾਵ ਮਿੱਠੀ ਬੋਲੀ, ਮਿੱਠੀ ਬਾਣੀ ਬੋਲ ਕੇ ਸਾਰਿਆਂ ਨੂੰ ਭਲੀ ਪ੍ਰਕਾਰ ਪ੍ਰਸੰਨ ਭਾਵ ਸੰਤੁਸ਼ਟ ਕਰੋ। ਮਿੱਠੇ ਮਿੱਠੇ ਬਚਨ ਬੋਲ ਕੇ ਸਾਰਿਆਂ ਨੂੰ ਪ੍ਰੇਮ ਕਰਨਾ ਕਰੋ। ਜਿਨ ਪ੍ਰੇਮ ਕੀਏ ਤਿਨ ਹੀ ਪ੍ਰਭ ਪਾਏ, ਕਿ ਕੋਮਲ ਬਾਣੀ ਸਭ ਕੋ ਸੰਤੋਖ ਹੈ। ਕਿ ਕੋਮਲ ਨਰਮ ਭਾਵ ਮਿੱਠੀ ਬਾਣੀ, ਮਿੱਠੀ ਬੋਲੀ ਬੋਲ ਕੇ ਸਾਰਿਆਂ ਨੂੰ ਭਲੀ ਪ੍ਰਕਾਰ ਪ੍ਰਸੰਨ ਭਾਵ ਸੰਤੁਸ਼ਟ ਕਰੋ, ਖੁਸ਼ ਕਰੋ। ਪੰਜ ਭੂ ਆਤਮਾ ਹਰ ਨਾਮ ਰਸ ਪੋਖੈ, ਕਿ ਪੰਜ ਭੂ ਪੰਜਾਂ ਤੱਤਾਂ ਦੀ ਸਤੋਂ ਅੰਸ਼ ਤੋਂ ਜੋ ਆਤਮਾ ਮਨ ਉਤਪੰਨ ਹੋਇਆ ਹੈ, ਉਸ ਨੂੰ ਹਰੀ ਵਾਹਿਗੁਰੂ ਦੇ ਨਾਮ ਰਸ ਨਾਲ ਪੋਖੈ ਪਾਲਣਾ ਕਰੋ। ਕਿ ਨਾਮ ਦੇ ਨਾਲ ਹੀ ਇਸ ਮਨ ਇਸ ਆਤਮਾ ਨੂੰ ਪਾਲਣਾ ਕਰੋ। ਗੁਰ ਪੂਰੇ ਤੇ ਇਹ ਨਿਹਚੋ ਪਾਈਐ। ਇਹ ਨਿਹਚੋ ਨਿਹਚਾ ਪੂਰੇ ਸਤਿਗੁਰਾਂ ਤੋਂ ਪਾਈਂਦਾ ਹੈ। ਜਿਹੜਾ ਬਾਣੀ ਬੋਲਣ ਦਾ ਤੇ ਸਾਰਿਆਂ ਨਾਲ ਪਿਆਰ ਕਰਨ ਦਾ ਤੇ ਪੰਜਾਂ ਤੱਤਾਂ ਦੀ ਜਿਹੜੀ ਅੰਸ਼ ਹੈ ਆਤਮਾ, ਇਸ ਨੂੰ ਨਾਮ ਦੇ ਨਾਲ ਪਾਲਣਾ, ਇਹ ਪੂਰੇ ਗੁਰਾਂ ਤੋਂ ਨਿਹਚੋ ਪਾਈ ਹੈ। ਕਿ ਇਹ ਨਿਹਚਾ ਪੂਰਨ ਸਤਿਗੁਰਾਂ ਤੋਂ ਪਾਈਂਦਾ ਹੈ। ਪਰ ਨਾਨਕ ਰਾਮ ਰਮਤ ਫਿਰ ਜੋਨ ਨਾ ਆਈ ਹੈ। ਸਤਿਗੁਰੂ ਜੀ ਕਥਨ ਕਰਦੇ ਹਨ
ਕਿ ਪਰਮੇਸ਼ਰ ਦੇ ਨਾਮ ਨੂੰ ਰਾਮਤ ਹੁੰਦਾ ਉਚਾਰਨ ਕਰਕੇ, ਮੁੜ ਕੇ ਜੂਨਾਂ ਵਿੱਚ ਨਹੀਂ ਆਈਂਦਾ। ਮਹਾਰਾਜ ਜੀ ਸਮਝਾ ਰਹੇ ਹਨ, ਨਾਨਕ ਰਾਮ ਰਾਮਤ ਫਿਰ ਜੋਨ ਨਾ ਆਈਐ, ਕਿ ਜੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਰਾਮਤ ਉਚਾਰਨ ਕਰਕੇ, ਨਾਮ ਜਪਣੇ ਕਰਕੇ ਮੁੜ ਕੇ ਫਿਰ ਜੂਨਾਂ ਵਿੱਚ ਨਹੀਂ ਆਈਂਦਾ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਥਿੱਤਾਂ ਦੁਆਰਾ ਸਮਝਾਉਣਾ ਕੀਤਾ ਹੈ ਕਿ ਇਹਨਾਂ ਥਿੱਤਾਂ ਦੇ ਵਿੱਚ ਕੀ ਕੀ ਕਰਨਾ ਹੈ। ਇੱਕ ਇੱਕ ਥਿੱਤ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ। ਕੱਲ੍ਹ ਨੂੰ ਤਰੌਦਸੀ ਥਿੱਤ ਦੀ ਵਿਚਾਰ ਹੋਏਗੀ, ਜਿਸ ਨੂੰ ਤੇਰਸ ਕਹਿੰਦੇ ਹਨ, ਕਿ ਉਸ ਦੀ ਵਿਚਾਰ 13ਵੀਂ ਥਿੱਤ ਦੀ ਵਿਚਾਰ ਹੋਏਗੀ। ਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ